हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਸਕਦੇ ਹੋ। ਅਗਰ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਵੀ ਕਰ ਦਿਓ। ਤਾਂ ਚੱਲਦੇ ਹਾਂ ਅੱਜ ਦੀਆਂ ਆਪਣੀਆਂ ਖਬਰਾਂ ਦੇ ਉੱਪਰ। ਬਾਕੀ ਬੇਨਤੀ ਉਹੀ ਹੁੰਦੀ ਹੈ ਪਹਿਲਾਂ ਵਾਲੀ ਕਿ ਵੀਡੀਓ ਨੂੰ ਪੂਰਾ ਹੀ ਦੇਖ ਲਿਆ ਕਰੋ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਟੈਗ ਦੇ ਉੱਤੇ ਲਿਖਣੀਆਂ ਕਈ ਵਾਰ ਅਸੰਭਵ ਨਹੀਂ ਹੁੰਦੀਆਂ ਅਤੇ ਇਸ ਕਰਕੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਦੀਆਂ, ਜਿੱਦਾਂ ਕਿ ਪੇਪਰਾਂ ਦੇ ਨਾਲ ਸੰਬੰਧਿਤ, ਫਲਾਈਟ ਵਗੈਰਾ ਦੇ ਨਾਲ, ਜਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ, ਜਾਂ ਕੋਈ ਕਾਨੂੰਨ ਇਟਲੀ ਦੇ ਵਿੱਚ। ਇਹੋ ਜਿਹੀਆਂ ਖਬਰਾਂ ਜ਼ਿਆਦਾਤਰ ਅਸੀਂ ਟੈਗ ਦੇ ਉੱਪਰ ਨਹੀਂ ਲਿਖਦੇ ਅਤੇ ਤੁਸੀਂ ਅੰਦਰ ਜਾ ਕੇ ਹੀ ਦੇਖ ਸਕਦੇ ਹੋ। ਬਾਕੀ ਅੱਜ ਦਾ ਜਿਹੜਾ ਪਹਿਲਾ ਸਵਾਲ ਹੈ ਜੀ, ਬਹੁਤ ਵੀਰਾਂ ਨੇ ਪੁੱਛਿਆ ਕਿ ਇਟਲੀ ਦੇ ਵਿੱਚ ਜਿਹੜੀ ਵੈਕਸੀਨ ਹੈ ਜੀ ਓਬਲੀਗਾਤੋਰੀ ਹੋ ਸਕਦੀ ਹੈ। ਕੀ ਇਹ ਓਬਲੀਗਾਤੋਰੀ ਦਾ ਮਤਲਬ ਹੁੰਦਾ ਕਿ ਕੰਪਲਸਰੀ? ਕਿਉਂਕਿ ਅਜੇ ਤੱਕ ਜਿਹੜੀ ਕੰਪਲਸਰੀ ਵੈਕਸੀਨ ਇਟਲੀ ਦੇ ਵਿੱਚ ਸਰਕਾਰ ਨੇ ਨਹੀਂ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਅਜੇ ਸਿਰਫ ਜਿਹੜਾ ਗ੍ਰੀਨ ਪਾਸ ਵੀ 1 ਸਤੰਬਰ ਤੋਂ ਓਬਲੀਗਾਤੋਰੀ ਉਹ ਕੀਤਾ ਗਿਆ ਹੈ ਅਤੇ ਜਿਹਦੇ ਬਾਬਤ ਬਹੁਤ ਸਾਰੇ ਲੋਕਾਂ ਨੇ ਪ੍ਰੋਟੈਸਟ ਵਗੈਰਾ ਵੀ ਕੀਤੇ ਹਨ। ਬਾਕੀ ਪੇਪਰਾਂ ਦੇ ਨਾਲ ਜਿਹੜੀ ਸੰਬੰਧਿਤ ਜਾਣਕਾਰੀ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਨੇ ਕਿ 9 ਮਹੀਨੇ ਵਾਲੇ ਜਿਹੜੇ ਪੇਪਰ ਹਨ ਉਹਨਾਂ ਦੇ ਬਾਰੇ ਵੀ ਕੋਈ ਜਾਣਕਾਰੀ ਦਿੱਤੀ ਜਾਵੇ। ਤੋਂ ਪਹਿਲਾਂ ਸਭ ਤੋਂ ਜਿਹੜੇ ਦੇ ਲੋਕਾਂ ਹਨ ਉਹਨਾਂ ਦਾ ਬਿਆਨ ਦੇ ਉੱਤੇ ਚੱਲਦੇ ਹਨ। ਜਿਹੜੇ ਕਿ ਕੰਪਨੀਆਂ ਦੇ ਪ੍ਰੀਮੀਅਰ ਹਨ ਉਹਨਾਂ ਦਾ ਜਿਹੜਾ ਬਿਆਨ ਆਇਆ ਹੈ ਦੇ ਲੂਕਾ ਸਾਹਿਬ ਦਾ, ਉਹਨਾਂ ਨੇ ਕਿਹਾ ਹੈ ਕਿ ਜੇ ਵੈਕਸੀਨ ਜਿਹੜੀ ਓਬਲੀਗਾਤੋਰੀ ਹੋ ਜਾਂਦੀ ਹੈ, ਜਿਹੜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਹਨ ਮਿਸਟਰ ਦਰਾਗੀ ਸਾਹਿਬ, ਮਾਰੀਓ ਦਰਾਗੀ ਸਾਹਿਬ, ਜੋ ਇਸ ਚੀਜ਼ ਨੂੰ ਓਬਲੀਗਾਤੋਰੀ ਕਰ ਦਿੰਦੇ ਹਨ ਤਾਂ ਇੱਕ ਬਹੁਤ ਵਧੀਆ ਹੋਏਗਾ। ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇਹੋ ਜਿਹੀਆਂ ਖਬਰਾਂ ਉੱਡਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਿ ਵੈਕਸੀਨ ਨੂੰ ਓਬਲੀਗਾਤੋਰੀ ਕਰ ਦਿੱਤਾ ਜਾਵੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਆਪ ਹੀ ਦੇਖੋਗੇ ਕਿ ਬਹੁਤ ਜ਼ਿਆਦਾ ਜਿਹੜੀ ਸਖਤੀ ਇਟਲੀ ਦੇ ਵਿੱਚ ਹੋ ਜਾਵੇਗੀ। ਵੈਕਸੀਨ ਅਗਰ ਸਰਕਾਰ ਜਿਹੜੀ ਓਬਲੀਗਾਤੋਰੀ ਨਹੀਂ ਵੀ ਕਰਦੀ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਜਿੱਥੇ ਕਿ ਇੱਕ ਆਮ ਬੰਦਾ ਨੋਰਮਲ ਤੌਰ 'ਤੇ ਜਾਂਦਾ ਹੈ, ਉਹਨਾਂ ਜਗ੍ਹਾ ਦੇ ਉੱਤੇ ਜਿਹੜੀ ਐਂਟਰੀ ਹੋਏਗੀ ਉਹ ਗ੍ਰੀਨ ਪਾਸ ਤੋਂ ਬਿਨਾਂ ਨਹੀਂ ਹੋਏਗੀ। ਅਤੇ ਉਸ ਤੋਂ ਬਾਅਦ ਕੀ ਹੋਏਗਾ ਕਿ ਜਿਹੜੇ ਬੰਦੇ ਨਹੀਂ ਵੀ ਵੈਕਸੀਨ ਲਗਵਾਉਣਾ ਚਾਹੁੰਦੇ ਉਹਨਾਂ ਨੂੰ ਵੀ ਮਜਬੂਰੀ ਦੇ ਵਿੱਚ ਲਗਵਾਉਣੀ ਪਵੇਗੀ। ਬਾਕੀ ਕੀ ਤੁਹਾਨੂੰ ਹੋਰ ਦੱਸ ਦਈਏ ਕਿ ਇਸ ਟਾਈਮ ਜਿਹੜਾ ਈਜ਼ੀਜ਼ ਵੱਲੋਂ ਇੱਕ ਡਾਟਾ ਜਿਹੜਾ ਜਾਰੀ ਕੀਤਾ ਗਿਆ ਹੈ ਲਾਸਟ 45 ਦਿਨਾਂ ਦਾ, ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਟਲੀ ਦੇ ਵਿੱਚ ਜਿਹੜੇ ਇਸ ਟਾਈਮ ਜੋ ਵੀ ਕੇਸਿਸ ਵਗੈਰਾ ਡੇਲੀ ਆ ਰਹੇ ਹਨ, ਇਹਦੇ ਵਿੱਚ ਜਿਹੜਾ 85% ਤੋਂ ਜ਼ਿਆਦਾ ਜਿਹੜੇ ਕੇਸ ਹਨ ਡੈਲਟਾ ਵੇਰੀਐਂਟ ਦੇ ਨਾਲ ਹੀ ਸੰਬੰਧਿਤ ਹਨ। ਚੱਲਦੇ ਹਾਂ ਜੀ ਆਪਣੀ ਅਗਲੀ ਖਬਰ ਉੱਤੇ। ਅਗਲੀ ਖਬਰ ਜਿਹੜੀ ਆਪਣੀ ਇਟਲੀ ਦੀ ਇੱਕ ਸਟੇਟ ਜਿਹੜੀ ਸਟੀਲੀਆ ਸਟੇਟ ਹੈ ਇਹਦੇ ਨਾਲ ਸੰਬੰਧਿਤ ਹੈ। ਸਟੀਲੀਆ ਦੀ ਸਟੇਟ ਤੁਹਾਨੂੰ ਪਤਾ ਹੈ ਕਿ ਯੈਲੋ ਜ਼ੋਨ ਦੇ ਵਿੱਚ ਤਾਂ ਸਟੇਟ ਵੈਸੇ ਹੀ ਆ ਚੁੱਕੀ ਹੈ ਅਤੇ ਹੁਣ ਇਹਦੇ ਅੰਦਰ ਬਹੁਤ ਸਾਰੇ ਜਿਹੜੇ ਕਮੂਨੇ ਵਗੈਰਾ, ਜਿਹਨਾਂ ਨੂੰ ਆਪਾਂ ਮਿਊਨਿਸਪੈਲਿਟੀਜ਼ ਵੀ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਬਹੁਤ ਸਾਰੇ ਇਸ ਦੇ ਅਧੀਨ ਆਉਂਦੇ ਹਨ, ਜਿਨ੍ਹਾਂ ਨੂੰ ਕਿ ਔਰੇਂਜ ਜ਼ੋਨ ਦੇ ਵਿੱਚ ਭੇਜਿਆ ਜਾ ਰਿਹਾ ਹੈ। ਇਹਦੇ ਵਿੱਚ 9 ਨਵੇਂ ਜਿਹੜੇ ਕਮੂਨੇ ਹਨ, ਇਹਨਾਂ ਨੂੰ ਜਿਹੜਾ ਸ਼ਨੀਵਾਰ ਤੋਂ, ਜਿੱਦਾਂ ਕਿ ਅੱਜ ਤੁਸੀਂ ਜਾਣਦੇ ਹੋ ਕਿ ਸ਼ਨੀਵਾਰ ਹੋ ਚੁੱਕਾ ਹੈ, ਮਤਲਬ ਅੱਜ ਤੋਂ ਇਹਨਾਂ ਨੂੰ ਯੈਲੋ ਔਰੇਂਜ ਜ਼ੋਨ ਦੇ ਵਿੱਚ ਭੇਜਿਆ ਜਾ ਰਿਹਾ ਹੈ। ਇੱਥੇ ਆਪਾਂ ਤੁਹਾਨੂੰ ਇਹਨਾਂ ਦੇ ਜਿਹੜੇ ਨਾਮ ਹਨ ਉਹ ਵੀ ਦੱਸਾਂਗੇ ਕਿ ਕਿਹੜੇ-ਕਿਹੜੇ 9 ਜਿਹੜੇ ਕਮੂਨੇ ਆਸਟ੍ਰੇਲੀਆ ਦੇ ਵਿੱਚ ਔਰੇਂਜ ਜ਼ੋਨ ਦੇ ਵਿੱਚ ਜਾ ਰਹੇ ਹਨ ਅੱਜ ਤੋਂ। ਇਹਨਾਂ ਦੇ ਵਿੱਚ ਪਹਿਲਾ ਹੈ ਜੀ ਅਗੂਸਤਾ, ਆਵੋਲਾ, ਪਚੀਨੋ, ਨੋਤੋ, ਪੋਰਤੋਪਾਲੋ ਦੀ ਕਾਪੋ ਪਾਜ਼ੇਰੋ, ਬੁਜ਼ੋਲੀਨੀ, ਫੇਰਲਾ, ਫਰਾਂਕੋਫੋਂਤੇ। ਇਹ ਜਿਹੜੇ ਸਾਰੇ ਕਮੂਨੇ ਤੁਹਾਨੂੰ ਦੱਸੇ ਹਨ ਇਹ ਅੱਜ ਤੋਂ ਔਰੇਂਜ ਜ਼ੋਨ ਦੇ ਵਿੱਚ ਜਾ ਰਹੇ ਹਨ। ਬਾਕੀ ਇਸ ਤੋਂ ਇਲਾਵਾ ਇਸ ਦੇ ਵਿੱਚ ਇੱਕ ਹੋਰ ਨਾਮ ਹੈ ਕਤੇਨੋ ਨੋਵਾ। ਚੱਲਦੇ ਹਾਂ ਜੀ ਆਪਣੀ ਅਗਲੀ ਖਬਰ 'ਤੇ। ਅਗਲੀ ਖਬਰ ਜਿਹੜੀ ਆਪਣੀ ਯੂਰਪੀਅਨ ਯੂਨੀਅਨ ਅਤੇ ਆਸਟਰਾਜੈਨੇਕਾ ਦੇ ਨਾਲ ਸੰਬੰਧਿਤ। ਆਸਟਰਾਜੈਨੇਕਾ ਕੰਪਨੀ ਹੈ ਅਤੇ ਯੂਰਪੀਅਨ ਯੂਨੀਅਨ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਕਿ ਯੂਰਪੀਅਨ ਯੂਨੀਅਨ ਕੌਣ ਹੈ ਜਾਂ ਕੀ ਚੀਜ਼ ਹੈ। ਯੂਰਪੀਅਨ ਯੂਨੀਅਨ ਇੱਕ ਸੰਘ ਹੈ 27 ਦੇਸ਼ਾਂ ਦਾ, ਜਿਹਦੇ ਵਿੱਚ ਇਟਲੀ, ਜਰਮਨ, ਫਰਾਂਸ, ਜੋ ਵੀ ਦੇਸ਼ ਹਨ ਯੂਰਪੀ, ਇਹ ਸਾਰੇ ਇਸ ਦੇ ਵਿੱਚ ਸ਼ਾਮਲ ਹੁੰਦੇ ਹਨ। ਅਤੇ ਇਹਨਾਂ ਦਾ ਇੱਕ ਸਮਝੌਤਾ ਹੋਇਆ ਸੀ ਆਸਟਰਾਜੈਨੇਕਾ ਦੇ ਨਾਲ। ਐਗਰੀਮੈਂਟ ਜਿਹੜਾ ਹੈ ਜੀ, ਇਹ ਜਿਹੜਾ ਇਹਨਾਂ ਦਾ ਲੀਗਲ ਡਿਸਪਿਊਟ ਸੀ ਉਹ ਖਤਮ ਹੋ ਚੁੱਕਾ ਹੈ। ਇਹਦੇ ਵਿੱਚ ਹੁਣ ਇਹ ਦੋਨੋਂ ਹੀ ਜਿਹੜੇ ਪੱਖ ਹਨ ਇਸ ਨਤੀਜੇ ਦੇ ਉੱਤੇ ਪਹੁੰਚੇ ਹਨ ਕਿ ਜਿਹੜੀ ਗਰੰਟੀ ਹੈ ਜੀ ਉਹ ਦੇਣੀ ਪਵੇਗੀ। ਜਿਹੜੀਆਂ ਬਾਕੀ ਡੋਜ਼ਿਸ ਆਸਟਰਾਜੈਨੇਕਾ ਨੇ ਸਟੇਟਾਂ ਨੂੰ ਭੇਜਣੀਆਂ ਹਨ, ਉਹਦੇ ਵਾਸਤੇ ਜਿਹੜੀ ਗਰੰਟੀ ਉਹ ਦੇਣੀ ਪਏਗੀ ਡਿਲੀਵਰੀ ਦੀ, ਕਿਉਂਕਿ ਪਹਿਲਾਂ ਆਸਟਰਾਜੈਨੇਕਾ ਦੇ ਨਾਲ ਇਹ ਜਿਹੜੀ ਪ੍ਰੋਬਲਮ ਇਹਨਾਂ ਦੀ ਪੈ ਚੁੱਕੀ ਹੈ। ਇਹ ਜਿਹੜੀ ਜਾਣਕਾਰੀ ਹੈ ਜੀ ਜਿਹੜੇ ਯੂਰਪੀਅਨ ਯੂਨੀਅਨ ਦੇ ਜਿਹੜੇ ਕਮਿਸ਼ਨਰ ਹਨ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਦਿੱਤੀ ਗਈ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਇਹਨਾਂ ਦਾ ਬਰਸਲ ਦੇ ਵਿੱਚ ਜਿਹੜੀ ਕੋਰਟ ਹੈ ਜੀ, ਉੱਥੇ ਇਹਨਾਂ ਦਾ ਕੇਸ ਵਗੈਰਾ ਦੀ ਆਸ ਵਿੱਚ ਚੱਲ ਰਿਹਾ ਹੈ। ਬਾਕੀ ਤੁਸੀਂ ਨਾਮ ਬਹੁਤ ਸੁਣੇ ਹੋਏਗੇ ਕਿ ਅਲਫਾ, ਡੈਲਟਾ, ਇਸ ਤਰ੍ਹਾਂ ਦੇ। ਇੱਕ ਹੋਰ ਜਿਹੜਾ ਨਵਾਂ ਨਾਮ ਹੈ ਜੀ ਇੱਕ ਸ਼ਾਮਲ ਹੋ ਚੁੱਕਾ ਹੈ। ਜਾਪਾਨ ਦੇ ਵਿੱਚ ਜਿਹੜਾ ਪਹਿਲਾ ਕੇਸ ਹੈ ਉਹ ਆ ਚੁੱਕਾ ਹੈ, ਨਵਾਂ ਵੇਰੀਐਂਟ ਜਿਸ ਦਾ ਨਾਮ ਹੈ ਮੂ। ਇਹ ਜਿਹੜਾ ਵੇਰੀਐਂਟ ਹੈ ਜੀ ਨਵਾਂ 2 ਲੇਡੀਜ਼ ਦੇ ਵਿੱਚ ਪਾਇਆ ਗਿਆ। ਜਿਹੜੀ ਇੱਕ ਲੇਡੀ ਆਈ ਹੈ ਆਪਣੀ ਬ੍ਰਿਟੇਨ ਤੋਂ, ਦੂਸਰੀ ਹੈ ਜੀ UAE ਤੋਂ। ਇਹ ਦੋਨੋਂ ਜਾਪਾਨ ਦੇ ਵਿੱਚ ਐਂਟਰ ਹੋਈਆਂ ਸਨ ਅਤੇ ਇਹਨਾਂ ਦੇ ਵਿੱਚ ਜਿਹੜਾ ਹੈ ਜੀ ਇਹ ਜਿਹੜੇ ਵੇਰੀਐਂਟ ਪਾਇਆ ਗਿਆ ਅਤੇ ਇਸ ਤਰ੍ਹਾਂ ਪਹਿਲਾ ਜਿਹੜਾ ਕੇਸ ਜਾਪਾਨ ਦੇ ਵਿੱਚ ਰਜਿਸਟਰਡ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੋਲੰਬੀਆ ਵਿੱਚ ਵੀ ਜਿਹੜਾ ਰਜਿਸਟਰਡ ਹੋ ਚੁੱਕਾ ਹੈ ਇਹ ਨਵਾਂ ਵੇਰੀਐਂਟ। ਹੁਣ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਖਤਰਨਾਕ ਹੋ ਸਕਦਾ ਹੈ, ਜਾਂ ਜਿਹਨਾਂ ਲੋਕਾਂ ਨੇ ਵੈਕਸੀਨ ਲਗਵਾਈ ਹੈ
ਉਹਨਾਂ ਦੇ ਉੱਤੇ ਕੀ ਹੋ ਸਕਦਾ ਇਸ ਦਾ ਅਸਰ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਬਾਕੀ ਜਿਹੜੀ ਅਗਲੀ ਖਬਰ ਹੈ ਜੀ, ਪੇਪਰਾਂ ਨਾਲ ਆਪਾਂ ਜਿੱਦਾਂ ਕਿ ਦੱਸਿਆ ਸੀ ਕਿ ਪੇਪਰਾਂ ਦੇ ਨਾਲ ਸੰਬੰਧਿਤ ਥੋੜ੍ਹੇ ਜਿਹੇ ਕਮੈਂਟ ਆਏ ਹਨ, ਉਹਦਾ ਜਵਾਬ ਦੇ ਦਈਏ। ਅਤੇ ਬਹੁਤੇ ਵੀਰਾਂ ਨੇ ਪੁੱਛਿਆ ਹੈ ਕਿ ਜਿਹੜੇ ਉਹਨਾਂ ਨੇ ਪੇਪਰ ਭਰਵਾਏ ਹੋਏ ਸਨ 2020 ਦੇ ਵਿੱਚ, 2019 ਦੇ ਵਿੱਚ ਵੀ ਕਈਆਂ ਨੇ ਪੇਪਰ ਭਰਵਾਏ ਹੋਏ ਸਨ, ਉਹ ਪੇਪਰਾਂ ਦਾ ਕੀ ਬਣੇਗਾ, ਪੇਪਰ ਅੱਗੇ ਨਿਕਲਣ ਕੇ ਕੋਈ ਚਾਂਸ ਹਨ ਜਾਂ ਨਹੀਂ ਹਨ। ਅਤੇ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ ਪੇਪਰ ਹੁੰਦੇ ਹਨ, ਇਹਨਾਂ ਪੇਪਰਾਂ ਦੇ ਵਿੱਚ ਕੋਈ ਵੀ ਪੱਕੀ ਗੱਲਬਾਤ ਨਹੀਂ ਹੁੰਦੀ। ਇਹਨਾਂ ਦੇ ਚਾਂਸ ਜਿਹੜੇ ਹਨ ਕਾਫੀ ਸਾਲਾਂ ਤੱਕ ਇਹਨਾਂ ਦੇ ਚਾਂਸ ਰਹਿੰਦੇ ਹਨ। ਜੇ ਤੁਸੀਂ ਪੇਪਰ ਭਰਵਾਏ ਹਨ ਤਾਂ ਇਸ ਵਾਰ ਮੰਨ ਲਓ ਪੇਪਰ ਨਹੀਂ ਨਿਕਲਦੇ, ਅਤੇ ਜਦੋਂ ਤੁਸੀਂ ਅਗਲੀ ਵਾਰ ਪੇਪਰ ਖੋਲ੍ਹਦੇ ਹਨ ਤਾਂ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਪਹਿਲਾਂ ਭਰਵਾਏ ਹੁੰਦੇ ਹਨ, ਕਈ ਵਾਰ ਉਹਨਾਂ ਲੋਕਾਂ ਦੇ ਜਿਹੜੇ ਪੇਪਰ ਹਨ ਉਹ ਪ੍ਰਾਇਓਰਟੀ ਦੇ ਆਧਾਰ 'ਤੇ ਪਹਿਲਾਂ ਕੱਢੇ ਜਾਂਦੇ ਹਨ। ਇਸ ਕਰਕੇ ਅਜਿਹਾ ਪ੍ਰੈਕਟੀਕਲ ਤੌਰ 'ਤੇ ਕਈ ਵਾਰ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਪੇਪਰ ਪਹਿਲਾਂ ਭਰਾਏ ਸਨ ਅਤੇ ਉਹਨਾਂ ਦੇ ਪੇਪਰ ਬਾਅਦ ਵਿੱਚ ਜਾ ਕੇ ਨਿਕਲੇ ਹਨ। ਸੋ ਇਸ ਕਰਕੇ ਤੁਸੀਂ ਪੇਪਰ ਭਰਵਾ ਕੇ ਜ਼ਿਆਦਾ ਕੋਈ ਟੈਨਸ਼ਨ ਨਾ ਲਵੋ। ਬਾਕੀ ਫਲਾਈਟਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਇਟਲੀ ਔਰ ਇੰਡੀਆ ਦੀਆਂ, ਅਤੇ ਇਹਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਤੁਹਾਨੂੰ YouTube ਚੈਨਲਾਂ ਦੇ ਉੱਤੇ ਤੁਸੀਂ ਸਰਚ ਕਰਨ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜੀ ਸਹੀ ਸਲਾਹ ਸਾਡੀ ਇਹੀ ਹੈ ਕਿ ਜਿਹੜੇ ਇਸ ਚੀਜ਼ ਦੇ ਐਕਸਪਰਟ ਹੁੰਦੇ ਹਨ, ਜਿਹੜੀਆਂ ਏਜੰਸੀਆਂ ਹੁੰਦੀਆਂ ਨੇ, ਟਰੈਵਲ ਏਜੰਸੀਆਂ, ਕਿਉਂਕਿ ਉਹਨਾਂ ਦਾ ਜਿਹੜਾ ਪੇਸ਼ਾ ਹੁੰਦਾ ਜੀ, ਕੰਮ ਹੁੰਦਾ ਹੈ, ਉਹ ਇਹੀ ਕੰਮ ਹੁੰਦਾ ਹੈ। ਅਤੇ ਉਹਨਾਂ ਦੇ ਕੋਲ ਜਿਹੜੀ ਪਲ ਪਲ ਦੀ ਖਬਰ ਤੁਹਾਨੂੰ ਮਿਲੇਗੀ। ਅਤੇ ਤੁਸੀਂ ਅਗਰ ਟਰੈਵਲ ਏਜੰਸੀਆਂ ਦੇ ਨਾਲ ਸੰਪਰਕ ਕਰੋਗੇ ਇਸ ਦੇ ਬਾਬਤ, ਕੋਈ ਵੀ ਜਾਣਕਾਰੀ ਜਿਹੜੀ ਫਲਾਈਟਸ ਦੇ ਨਾਲ ਸੰਬੰਧਿਤ ਹੁੰਦੀ ਹੈ, ਉਹ ਤੁਹਾਨੂੰ ਸਾਰੀ ਜਾਣਕਾਰੀ ਉਹਨਾਂ ਦੇ ਕੋਲੋਂ ਵਧੀਆ ਤੌਰ 'ਤੇ ਜ਼ਿਆਦਾ ਐਕੂਰੇਸੀ ਦੇ ਨਾਲ ਮਿਲੇਗੀ। ਅਤੇ ਇਸ ਦਾ ਤੁਹਾਨੂੰ ਇਹ ਵੀ ਫਾਇਦਾ ਹੋਏਗਾ ਕਿ ਜਿਹੜੀਆਂ ਅਫਵਾਹਾਂ YouTube ਦੇ ਉੱਤੇ ਫੈਲ ਰਹੀਆਂ ਹਨ, ਤੁਸੀਂ ਉਹਨਾਂ ਤੋਂ ਵੀ ਬਚ ਸਕਦੇ ਹੋ। ਬਾਕੀ ਸਾਨੂੰ ਵੀ ਅਗਰ ਕਿਸੇ ਚੀਜ਼ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਕੋਈ ਜਿਹੜੀ ਖਾਸ ਜਾਣਕਾਰੀ ਹੋਵੇ, ਤਾਂ ਤੁਹਾਨੂੰ ਪਤਾ ਹੈ ਕਿ ਅਸੀਂ ਵੀ ਹਮੇਸ਼ਾ ਇਸ ਵੀ ਚੈਨਲ ਦੇ ਉੱਤੇ ਉਸ ਜਾਣਕਾਰੀ ਨੂੰ ਪਬਲਿਸ਼ ਕਰਦੇ ਹਾਂ ਤੁਹਾਡੀ ਜਿੱਦਾਂ ਕਿ ਸਹਾਇਤਾ ਦੇ ਵਾਸਤੇ। ਪਰੰਤੂ ਜਿਹੜੇ ਟਾਈਮ ਟੇਬਲ ਹੁੰਦੇ ਹਨ, ਜਿਹੜੀਆਂ ਬਰੀਕੀ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਜਿੱਦਾਂ ਕਿ ਡੇਲੀ ਤੌਰ 'ਤੇ, ਉਹ ਤੁਹਾਨੂੰ ਜਿਹੜੇ ਹਨ ਟਰੈਵਲ ਏਜੰਸੀਆਂ ਵਾਲੇ ਹੀ ਸਹੀ ਤਰੀਕੇ ਦੇ ਨਾਲ ਦੱਸ ਸਕਦੇ ਹਨ। ਬਾਕੀ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਕਿ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਜਿਹੜੀ ਅਫਗਾਨਿਸਤਾਨ ਹੈ ਜੀ, ਇਹਦੇ ਵਿੱਚ ਜਿੱਦਾਂ ਕਿ ਕਬਜ਼ਾ ਹੋ ਚੁੱਕਾ ਹੈ ਤਾਲੀਬਾਨ ਦਾ। ਅਤੇ ਇਸ ਤੋਂ ਬਾਅਦ ਕੀ ਹੋਇਆ ਸੀ ਕਿ ਜਿਹੜੀਆਂ ਫਲਾਈਟਸ ਵਗੈਰਾ ਕਾਫੀ ਜਿੱਦਾਂ ਕਿ ਬੰਦ ਸਨ ਬਿਲਕੁਲ। ਹੁਣ ਜਿੱਦਾਂ ਕਿ ਉੱਥੇ ਤਾਲੀਬਾਨ ਦੀ ਨਵੀਂ ਜਿਹੜੀ ਸਰਕਾਰ ਹੈ ਜੀ, ਹੌਲੀ ਹੌਲੀ ਬਣਨੀ ਸ਼ੁਰੂ ਹੋ ਚੁੱਕੀ ਹੈ, ਅਤੇ ਇਹਦੇ ਗਠਨ ਦੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੀਆਂ ਡੋਮੈਸਟਿਕ ਫਲਾਈਟਸ ਹਨ, ਇਹਨਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਮਤਲਬ ਕੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਿਹੜੀਆਂ ਫਲਾਈਟਸ ਵਗੈਰਾ ਹਨ, ਹੁਣ ਉਹ ਚੱਲਣਗੀਆਂ। ਚੱਲਦੇ ਹਾਂ ਜੀ ਆਪਣੀ ਅਗਲੀ ਖਬਰ 'ਤੇ। ਅਗਲੀ ਖਬਰ ਜਿਹੜੀ ਆਪਣੀ ਪੋਲੈਂਡ ਦੇ ਨਾਲ ਸੰਬੰਧਿਤ ਹੈ। ਪੋਲੈਂਡ ਤੁਹਾਨੂੰ ਪਤਾ ਹੈ ਕਿ ਯੂਰਪ ਦਾ ਇੱਕ ਦੇਸ਼ ਹੈ, ਬਹੁਤ ਸੋਹਣਾ ਦੇਸ਼ ਹੈ, ਬੜਾ ਹੀ ਸ਼ਾਂਤੀ ਪ੍ਰਿਯ ਦੇਸ਼ ਹੈ, ਅਤੇ ਬਹੁਤ ਹੀ ਜ਼ਿਆਦਾ ਸੁੰਦਰ ਹੈ। ਜੇ ਤੁਸੀਂ ਅਜੇ ਤੱਕ ਨਹੀਂ ਦੇਖਿਆ ਤਾਂ ਜਦੋਂ ਮੌਕਾ ਮਿਲੇ ਤੁਸੀਂ ਜ਼ਰੂਰ ਜਾ ਕੇ ਦੇਖੋ। ਹੁਣ ਇਸ ਦੇਸ਼ ਦੇ ਵਿੱਚੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਕਿ 500 ਲੋਕ ਜਿਹੜੇ ਹਨ, ਇਹਨਾਂ ਨੂੰ ਇੱਥੇ ਅਸਥਾਈ ਤੌਰ 'ਤੇ ਜਿਹੜਾ ਆਪਣੇ ਦੇਸ਼ ਦੇ ਵਿੱਚ ਰੱਖੇਗਾ। ਇਹ ਲੋਕ ਜਿਹੜੇ ਹਨ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਹਨ। ਹੁਣ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ 500 ਲੋਕ ਜਿਹੜੇ ਕਿ ਅਫਗਾਨਿਸਤਾਨ ਦੇ ਹੋਣਗੇ, ਪੋਲੈਂਡ ਦੇ ਵਿੱਚ ਰੱਖੇ ਜਾਣਗੇ। ਪਰੰਤੂ ਕਿਹੜੇ ਲੋਕ ਹੋਣਗੇ ਜਿਨ੍ਹਾਂ ਨੂੰ ਪੋਲੈਂਡ ਦੇ ਵਿੱਚ ਰੱਖਿਆ ਜਾਏਗਾ? ਇੱਥੇ ਇੱਕ ਸਵਾਲ ਇਹ ਬਣਦਾ ਹੈ। ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਕੋਈ ਵੀ ਬੰਦਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਰਹਿੰਦਾ ਹੈ, ਉਹ ਹਰ ਕੋਈ ਬੰਦਾ ਜਿਹੜਾ ਹੈ ਇੱਥੇ ਆ ਕੇ ਨਹੀਂ ਰਹਿ ਸਕਦਾ। ਇਹਦੇ ਵਾਸਤੇ ਉਹ ਲੋਕ ਇਹਨਾਂ ਨੇ ਚੁਣੇ ਹਨ ਜਿਨ੍ਹਾਂ ਨੇ ਨਾਟੋ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਰਹਿ ਕੇ ਕੰਮ ਕੀਤਾ ਹੈ। ਬਾਕੀ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਸ਼ਰਨ ਹੈ ਪੋਲੈਂਡ ਤੇ ਆਪਣੇ ਦੇਸ਼ ਦੇ ਵਿੱਚ ਦੇ ਰਿਹਾ ਹੈ, ਕੋਈ ਜ਼ਿਆਦਾ ਵੱਡੇ ਪੱਧਰ ਦੇ ਲੋਕਾਂ ਨੂੰ ਇਹ ਨਹੀਂ ਰੱਖੇਗਾ। 500 ਲੋਕਾਂ ਨੂੰ ਅਸਥਾਈ ਤੌਰ 'ਤੇ ਰੱਖਣਾ ਹੈ। ਉਹਦੇ ਵਿੱਚੋਂ ਇਸਨੇ ਦੱਸਿਆ ਹੈ ਕਿ 500 ਲੋਕਾਂ ਦੇ ਵਿੱਚੋਂ 50 ਲੋਕਾਂ ਨੂੰ ਜਿਹੜਾ ਹੈ ਜੀ ਪੱਕੇ ਤੌਰ 'ਤੇ ਪੋਲੈਂਡ ਦੇ ਵਿੱਚ ਰੱਖਿਆ ਜਾਏਗਾ। ਬਾਕੀ ਲੋਕ ਜਿਹੜੇ ਹੋਣਗੇ ਇਹਨਾਂ ਨੂੰ 3 ਮਹੀਨਿਆਂ ਦੇ ਬਾਅਦ ਪੋਲੈਂਡ ਛੱਡਣਾ ਪਏਗਾ ਅਤੇ ਹੋਰਨਾਂ ਦੇਸ਼ਾਂ ਦੇ ਵਿੱਚ ਵਸਣਾ ਪਏਗਾ। ਬਾਕੀ ਜਿਹੜੇ ਲਾਸਟ 24 ਘੰਟੇ ਵਿੱਚ ਇਟਲੀ ਦੇ ਕੇਸ ਹਨ, ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਦਈਏ। 6735 ਜਿਹੜਾ ਕੇਸ ਆਇਆ ਹੈ, 58 ਲੋਕਾਂ ਦੀ ਮੌਤ ਹੋਈ ਹੈ। ਬਾਕੀ ਤੁਸੀਂ ਵੀਡੀਓ ਦੇਖੀ, ਤੁਹਾਡਾ ਸਾਰਿਆਂ ਦਾ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਅਤੇ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਇਸੇ ਟਾਈਮ ਦੇ ਉੱਤੇ ਮਿਲਾਂਗੇ। ਅਤੇ ਵੀਡੀਓ ਦੇਖੀ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਜੀ।